ਟੈਰਰਿਸਟ ਐਕਸ਼ਨ ਹੈ। ਇੱਕ ਨੂੰ ਵੀ ਡਰਾ ਕੇ ਜਿਹੜਾ ਟੌਪ ਦਾ ਲੀਡਰ ਹੈ ਵੀ ਹੋਰ ਕੋਈ ਬੋਲੇ ਹੀ ਨਾ, ਔਰ ਉਹ ਇਹ ਭੁਲੇਖਾ ਹੈ ਵੀ ਕਮਿਊਨਿਸਟ ਪਾਰਟੀ ਹੈ ਜਿਹੜੇ ਅੱਤਵਾਦੀ ਦੌਰ 'ਚ ਅਸੀਂ ਕਿਸੇ ਤੋਂ ਅੱਜ ਤੱਕ ਨਾ ਡਰੇ ਆ ਨਾ ਡਰਾਵਾਂਗੇ। ਹੁਣ ਉਹਨੇ ਫਸਿਆ ਵੀ ਅਸੀਂ ਡਟ ਕੇ ਲੜਾਂਗੇ, ਉਹਦੀ ਸੰਘੀ ਨੂੰ ਹੱਥ ਵੀ ਪਾਵਾਂਗੇ। ਅਸੀਂ ਇਸ ਨੂੰ ਇੱਥੇ ਹੁਣ ਸਧਾਰਨ ਘਟਨਾ ਦੇ ਤੌਰ ਤੇ ਇਹਨੂੰ ਛੱਡਾਂਗੇ ਨਹੀਂ। ਇਹ ਹੁਣ ਕਿਸੇ ਤਣਪਤਨ ਇਹ ਐਜੀਟੇਸ਼ਨ ਅਸੀਂ ਲਾ ਕੇ ਹਟਾਂਗੇ। ਪੰਜਾਬ ਲੈਵਲ ਤੇ ਫੈਸਲਾ ਕਰਕੇ ਅਸੀਂ ਆਏ ਹਾਂ ਵੀ ਸਾਡਾ ਇੱਕ ਪੰਜਾਬ ਦਾ ਟੌਪ ਪੋਸਟ ਲੀਡਰ ਹੈ ਹੰਸਰਾਜ ਗੋਲਡਨ ਹੈ, ਔਰ ਉਹ ਸਾਡਾ ਸਟੇਟ ਐਗਜ਼ੀਕਟਿਵ ਮੈਂਬਰ ਹੈ, ਡਿਸਟ੍ਰਿਕਟ ਸੈਕਟਰੀ ਵੀ ਹੈ। ਉਸ ਤੇ ਇਸ ਕਰਕੇ ਅਟੈਕ ਹੋਇਆ ਕਿ ਇਹ ਸਾਰੀ ਜ਼ਿਲ੍ਹੇ ਦੀ ਪਾਰਟੀ ਜਿਹੜੀ ਲਗਾਤਾਰ ਅਮਨ ਕਾਨੂੰਨ ਵਾਸਤੇ ਕਿਸਾਨ ਅੰਦੋਲਨ ਹੋਵੇ, ਭਾਵੇਂ ਔਰਤਾਂ ਦਾ ਅੰਦੋਲਨ ਹੋਵੇ, ਭਾਵੇਂ ਲੋਕਾਂ ਦੇ ਮਸਲੇ ਹੋਣ, ਕਰਪਸ਼ਨ ਦਾ ਸਵਾਲ ਹੋਵੇ, ਧੱਕਾਸ਼ਾਹੀ ਹੋਵੇ ਐਡਮਿਨਿਸਟ੍ਰੇਸ਼ਨ ਦੀ, ਉਹਦੀ ਹੋਵੇ, ਇਹ ਡਟ ਕੇ ਲੜਦੇ ਰਹੇ ਆ। ਪੰਜਾਬ 'ਚ ਸਭ ਤੋਂ ਵੱਧ ਲੜਾਈ ਜੇ ਲੜੀ ਗਈ ਇੱਥੇ ਫਾਜ਼ਿਲਕਾ ਇਹਨਾਂ ਲੋਕਾਂ ਨੇ ਕਾਮੜ ਹੰਸਰਾਜ ਗੋਲਡਨ ਗਵਾਹੀ ਥੱਲੇ। ਇਸ ਨੇ ਹੁਣ ਜਿਹੜਾ ਲੜਾਈ ਲੋਕਾਂ ਸਾਰੇ ਜ਼ਿਲ੍ਹੇ ਦੇ ਲੋਕਾਂ ਨੇ ਜਿਨ੍ਹਾਂ ਨੂੰ ਇਸ ਜਿਹੜਾ ਸਕੋਡਾ ਕਿ ਕੀ ਹੈ ਇਹ ਅਮਨ ਸਕੋਡਾ ਜਿਹੜਾ ਇਹ ਗੈਂਗਸਟਰ ਹੈ ਟੌਪ ਦਾ ਪੰਜਾਬ ਦਾ, ਔਰ ਇਹ ਸਾਰੇ ਜ਼ਿਲ੍ਹੇ 'ਚ ਪਹਿਲਾਂ ਤੋਂ ਲੈ ਕੇ ਅਕਾਲੀ ਪਿਛਲੀ ਗੌਰਮੈਂਟ ਦੇ ਵੇਲੇ ਤੋਂ ਇੱਕ ਟੌਪ ਅਫੀਸ਼ੀਅਲ ਜਿਹੜੇ ਉਹਨਾਂ ਨਾਲ ਮਿਲ ਕੇ ਗੁੰਡਾਗਰਦੀ ਕਰਦਾ ਰਿਹਾ, ਪੈਸੇ ਠੱਗੀਆਂ ਮਾਰਦਾ ਰਿਹਾ, ਕਰੋੜਾਂ ਰੁਪਈਏ ਕਮਾ ਲਏ, ਅਰਬਾਂ ਰੁਪਈਏ ਕਮਾ ਲਏ, ਔਰ ਜਿਹੜਾ ਵੀ ਕੇਸ ਇਹਦੇ ਖਿਲਾਫ ਕਰਦਾ ਸੀ ਉਹਦੇ ਉਲਟਾ ਕੇਸ ਫਸਾ ਦਿੰਦਾ ਸੀ। ਟੌਪ ਦੇ ਐਡਮਿਨਿਸਟ੍ਰੇਸ਼ਨ ਉਹਨਾਂ 'ਚ ਮਾਲਕ ਸੀ, ਸੰਬੰਧ ਸੀ। ਹੁਣ ਉਹੀ ਕੰਟੀਨਿਊ ਅੱਜ ਵੀ ਕਰ ਰਿਹਾ। ਗੌਰਮੈਂਟ ਬਦਲ ਗਈ ਹੈ ਪਰ ਉਹ ਕਾਰਵਾਈ ਉਹਦੀ ਚੱਲ ਰਹੀ ਸੀ। ਇਹ ਸਾਡੇ ਸਾਥੀਆਂ ਨੇ ਚੈਲੰਜ ਕੀਤਾ, ਉਸ ਤੇ ਜਾਨਲੇਵਾ ਹਮਲਾ ਹੋਇਆ, ਮਾਰਨ ਦੀ ਕੋਸ਼ਿਸ਼ ਕੀਤੀ, ਬਚ ਗਿਆ, ਗੱਲ ਵੱਖਰੀ ਆ, ਬਾਂਹ ਟੁੱਟ ਗਈ, ਲੱਤ ਟੁੱਟ ਗਈ, ਰੌਲਾ ਪੈ ਗਿਆ, ਚਲੋ ਮਾੜਾ ਮੋਟਾ ਪਤਾ ਲੱਗਿਆ, ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਇੱਕ ਟੈਰਰਿਸਟ ਐਕਸ਼ਨ ਹੈ। ਇੱਕ ਨੂੰ ਵੀ ਡਰਾ ਕੇ ਜਿਹੜਾ ਟੌਪ ਦਾ ਲੀਡਰ ਹੈ ਵੀ ਹੋਰ ਕੋਈ ਬੋਲੇ ਹੀ ਨਾ, ਔਰ ਉਹ ਇਹ ਭੁਲੇਖਾ ਹੈ ਵੀ ਕਮਿਊਨਿਸਟ ਪਾਰਟੀ ਹੈ ਜਿਹੜੇ ਅੱਤਵਾਦੀ ਦੌਰ 'ਚ ਅਸੀਂ ਕਿਸੇ ਤੋਂ ਅੱਜ ਤੱਕ ਨਾ ਡਰੇ ਆ ਨਾ ਡਰਾਵਾਂਗੇ। ਹੁਣ ਉਹਨੇ ਫਸਿਆ ਵੀ ਅਸੀਂ ਡਟ ਕੇ ਲੜਾਂਗੇ, ਉਹਦੀ ਸੰਘੀ ਨੂੰ ਹੱਥ ਵੀ ਪਾਵਾਂਗੇ। ਔਰ ਪੰਜਾਬ ਗੌਰਮੈਂਟ ਜਿਹੜੀ ਅਸੀਂ ਉਹਨੂੰ ਵੀ ਚੇਤਾਵਨੀ ਦਿੰਦੇ ਆ, ਪੰਜਾਬ ਦੀ ਐਡਮਿਨਿਸਟ੍ਰੇਸ਼ਨ ਨੂੰ, ਜ਼ਿਲ੍ਹੇ ਦੀ ਐਡਮਿਨਿਸਟ੍ਰੇਸ਼ਨ ਨੂੰ, ਪੁਲਿਸ ਨੂੰ, ਇਹਨਾਂ ਨੂੰ ਚੇਤਾਵਨੀ ਦਿੰਦੇ ਵੀ ਇੱਕ ਗੁੰਡਾ ਆਦਮੀ ਹੈ ਜਿਹੜਾ ਸ਼ਰੇਆਮ ਤੁਰਿਆ ਫਿਰਦਾ, ਸ਼ਰੇਆਮ ਧਮਕੀਆਂ ਦਿੰਦਾ ਫਿਰਦਾ, ਮੋਬਾਈਲ ਆਪਣਾ ਉਹੀ ਮੋਬਾਈਲ ਵਰਤਦਾ, ਉਹ ਕਿਉਂ ਨਹੀਂ ਫੜਿਆ ਜਾ ਰਿਹਾ? ਇਹਦਾ ਮਤਲਬ ਹੈ ਤੁਹਾਡੀ ਐਡਮਿਨਿਸਟ੍ਰੇਸ਼ਨ ਵਿੱਚ ਲੂ ਪੋਲ ਹੈ, ਤੁਹਾਡੀ ਗੌਰਮੈਂਟ ਵਿੱਚ ਲੂ ਪੋਲ ਹੈ ਜਿਹੜੀ ਸ਼ੈਲਟਰ ਕਰ ਰਹੀ ਆ ਕੁਝ ਐਲੀਮੈਂਟ, ਉਹ ਫੜੇ ਜਾਣ, ਆਇਡੈਂਟੀਫਾਈ ਹੋਣੇ ਚਾਹੀਦੇ ਆ। ਇਸ ਕਰਕੇ ਅਸੀਂ ਆਏ ਹਾਂ, ਵਾਰਨਿੰਗ ਦੇਣ ਆਏ ਹਾਂ ਪੰਜਾਬ ਗੌਰਮੈਂਟ ਨੂੰ ਵੀ, ਐਡਮਿਨਿਸਟ੍ਰੇਸ਼ਨ ਨੂੰ, ਜ਼ਿਲ੍ਹੇ ਦੀ ਨੂੰ ਵੀ, ਸਟੇਟ ਨੂੰ ਵੀ। ਅਸੀਂ ਡਟ ਕੇ ਲੜਾਂਗੇ। ਕਿਸਾਨਾਂ ਦੀ ਮੂਵਮੈਂਟ ਹੁੰਦਿਆਂ ਸਾਨੂੰ ਦੁੱਖ ਹੈ, ਅਸੀਂ ਕਿਸਾਨਾਂ ਦੀ ਮੂਵਮੈਂਟ ਸਭ ਤੋਂ ਵੱਡੀ ਜਿਹੜੀ ਆ ਉਹਦੀ ਸਪੋਰਟ ਕਰ ਰਹੇ ਹਾਂ। ਇਹ ਸਭ ਤੋਂ ਵੱਧ ਲੜਾਈ ਉਹਨਾਂ 'ਚ ਲੜਾਈ ਲੜਨ ਵਾਲਾ ਇੱਕ ਟੌਪ ਦਾ ਲੀਡਰ ਸੀ। ਸਾਰੇ ਕਿਸਾਨ ਜਥੇਬੰਦੀਆਂ ਇਸ ਦੇ ਪਿੱਠ ਤੇ ਹੈ, ਉਹ ਵੀ ਲੜਾਂਗੇ। ਇਹਨੂੰ ਵੀ ਅਸੀਂ ਇੱਦਾਂ ਸਾਡੇ ਜਿਹੜੇ ਸਾਥੀ ਹੈ ਬਲਵਿੰਦਰ ਸਿੰਘ ਸ਼ਹੀਦ ਕਰ ਦਿੱਤਾ ਗਿਆ, ਇਹਦਾ ਮਤਲਬ ਹੁਣ ਨਵਾਂ ਸਿਰ ਉੱਠ ਰਿਹਾ। ਇਹੋ ਜਿਹੀ ਅਮਨ ਕਾਨੂੰਨ ਦਾ ਫਾਇਦਾ ਉਠਾ ਕੇ, ਸਾਰੀ ਮੂਵਮੈਂਟ ਦਾ ਫਾਇਦਾ ਉਠਾ ਕੇ ਜਿਹੜੇ ਅੱਤਵਾਦੀ ਸ਼ਕਤੀਆਂ, ਫੁੱਟਬਾਊ ਸ਼ਕਤੀਆਂ, ਕਰਪਟ ਸ਼ਕਤੀਆਂ, ਗੈਂਗਸਟਰ ਆ, ਉਹ ਫਾਇਦਾ ਉਠਾ ਰਹੇ ਆ। ਅਸੀਂ ਇਹਦੇ ਵਿਰੁੱਧ ਸਾਨੂੰ ਲੜਾਈ ਲੜਨੀ ਪੈਣੀ ਹੈ, ਲੜਾਂਗੇ। ਅਸੀਂ ਛੇਤੀ ਬਹੁਤ ਫੌਰਨ ਨਹੀਂ, ਅਸੀਂ ਇਹਨਾਂ ਨੂੰ ਟਾਈਮ ਦਿੱਤਾ 5-7 ਦਿਨ ਦੇ ਵਿੱਚ ਜੇ ਐਕਸ਼ਨ ਨਹੀਂ ਕਰਦੇ ਤਾਂ ਸਾਨੂੰ ਜ਼ਿਲ੍ਹੇ ਪੱਧਰ ਦੇ ਇੱਥੇ ਵੀ ਐਕਸ਼ਨ ਕਰਾਂਗੇ, ਔਰ ਉਸ ਤੋਂ ਲੋੜ ਪਈ ਤਾਂ ਪੰਜਾਬ ਪੱਧਰ ਦੇ ਉੱਤੇ ਜ਼ੋਰਦਾਰ ਐਕਸ਼ਨ ਕਰਾਂਗੇ। ਡਟ ਕੇ ਲੜਾਂਗੇ। ਜਿੰਨਾ ਚਿਰ ਦੀ ਸੰਘੀ ਨਹੀਂ ਫੜੀ ਜਾਂਦੀ, ਉਹਨੂੰ ਫੜਿਆ ਨਹੀਂ ਜਾਂਦਾ, ਅਸੀਂ ਲੜਾਈ ਲੜਾਂਗੇ। ਬਿਲਕੁਲ ਹੈ, ਬਿਲਕੁਲ ਹੈ, ਹਮੇਸ਼ਾ ਹੀ ਹੁੰਦਾ। ਕੋਈ ਗੈਂਗਸਟਰ, ਕੋਈ ਕਰਪਟ, ਕੋਈ ਡਰੱਗ ਐਡਿਕਟ, ਉਹ ਨਹੀਂ, ਜੇਕਰ ਉਸ ਨੂੰ ਸਟੇਟ ਦੇ ਵਿੱਚੋਂ, ਅਫਸਰਸ਼ਾਹੀ ਦੇ ਵਿੱਚੋਂ ਸ਼ੈਲਟਰ ਨਾ ਹੋਵੇ, ਉਹ ਕੰਮ ਹੀ ਨਹੀਂ ਕਰ ਸਕਦਾ। ਜੇ ਡਿਟਰਮੀਨੇਸ਼ਨ ਹੋਵੇ ਤਾਂ ਹੱਥ ਨੂੰ ਫੜ ਲੈਣ, ਸਾਰਿਆਂ ਨੂੰ ਫੜ ਲੈਣ, ਹੈਗੇ ਆ। ਸਾਡੀ ਇਹ ਫਿਰ ਸਾਡੇ ਨੋਟਿਸ ਲੈਂਦਾ ਗਿਆ ਜ਼ਿਲ੍ਹੇ ਦੀ ਸਾਡੀ ਪਾਰਟੀ ਵੱਲੋਂ, ਕਾਮਨ ਸੰਧੂ ਵੀ ਬੈਠੇ ਇੱਥੇ, ਕਿ ਇੱਥੇ ਸਾਨੂੰ ਖੁਸ਼ੀ ਇਸ ਗੱਲ ਦੀ ਕਿ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ, ਸਾਰੀਆਂ ਜਿਹੜੀਆਂ ਡੈਮੋਕ੍ਰੇਟਿਕ ਫੋਰਸਿਸ ਹੈ, ਉਹ ਇਕੱਠੀਆਂ ਇਸ ਵਾਰ। ਪਰ ਅਸੀਂ ਇਹ ਬੇਨਤੀ ਕਰਾਂ ਉਹਨਾਂ ਦਾ, ਅਸੀਂ ਉਹਨਾਂ ਨੂੰ ਧੰਨਵਾਦ ਵੀ ਕਰਦੇ ਹਾਂ। ਇਹ ਲੜਾਈ ਇਕੱਲੇ ਇੱਕ ਪਾਰਟੀ ਦੀ ਜਾਂ ਇਹ ਹੰਸਰਾਜ ਗੋਲਡਨ ਦੀ ਨਹੀਂ, ਇਹ ਸਮੁੱਚੀ ਸਾਡੀ ਸੋਸਾਇਟੀ ਦੀ ਲੜਾਈ ਹੈ, ਸਾਡੀ ਸਾਰੀ ਪੋਲੀਟੀਕਲ ਪਾਰਟੀਆਂ ਦੀ ਲੜਾਈ ਹੈ। ਜਦੋਂ ਪੰਜਾਬ ਕ੍ਰਾਈਸਿਸ ਹੋਵੇ ਤਾਂ ਇਹੋ ਜਿਹੇ ਐਲੀਮੈਂਟ ਨੂੰ ਫੜਨਾ ਚਾਹੀਦਾ ਹੈ, ਔਰ ਅਸੀਂ ਚਾਹਾਂਗੇ ਵੀ ਉਹਨਾਂ ਨੂੰ ਹੋਰ ਐਕਟਿਵ ਹੋਣਾ ਚਾਹੀਦਾ। ਦੂਜੀਆਂ ਪਾਰਟੀਆਂ ਨੂੰ ਵੀ ਅਸੀਂ ਉਹਨਾਂ ਦਾ ਸਾਥ ਵੀ ਲਵਾਂਗੇ, ਕਿਸਾਨ ਜਥੇਬੰਦੀਆਂ ਦੇ ਵੀ, ਡੈਮੋਕ੍ਰੇਟਿਕ ਜਥੇਬੰਦੀਆਂ ਦੇ, ਉਹਨਾਂ ਨੂੰ ਅਪੀਲ ਕਰਾਂਗੇ। ਸਾਡੀ ਲੜਾਈ ਸਾਂਝੀ ਲੜਾਈ, ਇਹਨੂੰ ਇਹੋ ਜਿਹੇ ਬੰਦੇ ਨੂੰ ਜਿਹੜਾ ਟੌਪ ਦਾ ਗੈਂਗਸਟਰ ਹੈ, ਇਹਨੂੰ ਹੱਥ ਨੱਥ ਪਾਈ ਜਾਵੇ ਤਾਂ ਕਿ ਹੋਰਨਾਂ ਨੂੰ ਵੀ ਇਹ ਫੜਨ ਦਾ ਮੌਕਾ ਮਿਲੇ। ਅਸੀਂ ਐਸਐਸਪੀ ਨੂੰ ਹੁਣੇ ਮਿਲ ਕੇ ਆਏ ਹਾਂ, ਵਿਸ਼ਵਾਸ ਚੁੱਕਿਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਪੂਰਾ ਆਪਣੇ ਤੌਰ ਦੇ ਉੱਤੇ ਕਰਾਂਗੇ। ਅਸੀਂ ਛੇਤੀ ਹੀ ਇਹ ਕਿਸੇ ਪਾਸੇ ਲਾਵਾਂਗੇ, ਇਹਨੂੰ ਫੜਾਂਗੇ ਅਸੀਂ।
ਉਹਨੇ ਕਿਹਾ ਅਸੀਂ ਕਿਹਾ ਵੀ ਤੁਹਾਡੀ ਜ਼ਿੰਮੇਵਾਰੀ ਹੈ, ਜਿੰਨੀ ਕਰੋਗੇ ਬਈ ਅਸੀਂ ਤਾਂ ਫਾਈਟ ਕਰਾਂਗੇ। ਸਾਨੂੰ 5-7 ਦਿਨਾਂ ਦੇ ਅਸੀਂ ਦੇਖਾਂਗੇ ਵੀ ਇੰਨੇ ਚਿਰ ਤਾਂ ਪੜ੍ਹਿਆ ਨਹੀਂ ਗਿਆ, 9 ਦਿਨ ਹੋ ਗਏ, ਕੋਈ ਵਿਸ਼ਵਾਸ ਦਵਾਇਆ ਤੁਸੀਂ, ਅਜੇ ਤੱਕ ਉਹ ਵਿਸ਼ਵਾਸ ਪੂਰਾ ਨਹੀਂ ਹੋਇਆ। ਜੇ ਹੁਣ ਨਹੀਂ ਪੜ੍ਹਿਆ ਜਾਂਦਾ ਸੀ ਕੁਝ ਦਿਨਾਂ ਵਿੱਚ ਅਸੀਂ ਬਹੁਤਾ ਵੇਟ ਨਹੀਂ ਕਰ ਸਕਦੇ। ਵੀ ਹੈਵ ਟੂ ਫਾਈਟ ਇਟ ਆਊਟ। ਫਰਕ ਡਿਫਰੈਂਟ ਟਾਈਪ ਆਫ ਜਿਹੜਾ ਮਾਫੀਆ ਪਿਛਲੀ ਸਰਕਾਰ ਦੇ ਵੇਲੇ ਵੀ ਆਪਣੀਆਂ ਚਮਦੀਆਂ ਚਲਾਉਂਦਾ ਸੀ, ਉਹ ਮਾਫੀਆ ਅਜੇ ਵੀ ਉਸੇ ਤਰ੍ਹਾਂ ਦਣਦਣਾਉਂਦਾ ਫਿਰਦਾ। ਇਹਦਾ ਮਤਲਬ ਹੈ ਕਿ ਜਿਹੜਾ ਨੈਕਸਸ ਪਿਛਲੀ ਵਾਰ ਸੀ ਪੁਲਿਸ ਦਾ, ਇਦਾਂ ਦੇ ਐਂਟੀ ਸੋਸ਼ਲ ਐਲੀਮੈਂਟ ਦਾ ਔਰ ਪਲੱਸ ਪੋਲੀਟੀਸ਼ੀਅਨ ਦਾ, ਉਹ ਅਜੇ ਤੱਕ ਵੀ ਨੈਕਸਸ ਕਾਇਮ ਹੈ। ਪੋਲੀਟੀਕਲ ਜਿਹੜਾ ਇੱਕ ਚਿਹਰਾ ਉਹ ਬਦਲ ਗਿਆ। ਅੱਗੇ ਅਕਾਲੀ ਪੋਲੀਟੀਕਲੀ ਉਹਨਾਂ ਦੀ ਬੈਕ ਤੇ ਸੀ, ਹੁਣ ਇਹ ਜਿਹੜੀ ਨਵੀਂ ਪ੍ਰੈਜ਼ੈਂਟ ਸਰਕਾਰ ਹੈ ਇਹ ਹੁਣ ਉਹਨਾਂ ਦੇ ਨਾਲ ਮਿਲੀ ਭੁਗਤ ਹੈ। ਇਸੇ ਕਰਕੇ ਕੋਈ ਕ੍ਰਾਈਮ ਪੰਜਾਬ ਦੇ ਵਿੱਚੋਂ ਸਮਾਪਤ ਨਹੀਂ ਹੋ ਰਿਹਾ। ਉਸੇ ਕ੍ਰਾਈਮ ਦੀ ਕੜੀ ਦਾ ਹਿੱਸਾ ਇਹ ਕਾਮਰੇਡ ਹੰਸਰਾਜ ਗੋਲਡਨ ਤੇ ਇੱਕ ਹਮਲਾ ਹੈ। ਅਗਰ ਸਰਕਾਰ ਨੇ ਕ੍ਰਾਈਮ ਫਰੀ ਸਟੇਟ ਜੋ ਇਹਨਾਂ ਨੇ ਚੋਣਾਂ 'ਚ ਪ੍ਰੋਮਿਸ ਕੀਤਾ ਸੀ ਉਹਦੇ ਤੇ ਓਨੈਸਟਲੀ ਅਮਲ ਕੀਤਾ ਹੁੰਦਾ, ਇਹ ਨੈਕਸਸ ਜਿਹੜਾ ਬਣਿਆ ਇਹਨੂੰ ਤੋੜਿਆ ਹੁੰਦਾ, ਸਾਰਾ ਕ੍ਰਾਈਮ ਰੋਕਣ ਦਾ, ਮਾਫੀਆ ਗਰੋਹਾਂ ਨੂੰ ਨੱਥ ਪਾਉਣ ਦਾ ਕੀਤਾ ਹੁੰਦਾ, ਤੇ ਅਸੀਂ ਇਹ ਸਮਝਦੇ ਵੀ ਨਾ ਬਲਵਿੰਦਰ ਸਿੰਘ ਦੀ ਘਟਨਾ ਹੋ ਸਕਦੀ ਸੀ, ਨਾ ਕਾਮਰੇਡ ਗੋਲਡਨ ਤੇ ਹਮਲਾ ਹੋ ਸਕਦਾ ਸੀ। ਕਾਮਰੇਡ ਹੰਸਰਾਜ ਗੋਲਡਨ ਜੀ ਲਗਾਤਾਰ ਕਿਸਾਨ ਐਜੀਟੇਸ਼ਨ ਦੇ ਵਿੱਚ ਜੁੜੇ ਹੋਏ ਸੀ। ਉਹਦੀ ਤਿਆਰੀ 'ਚ ਮੋਬਿਲਾਈਜੇਸ਼ਨ ਕਰਕੇ ਕਿਸਾਨ ਵੀ ਲਿਆਉਂਦੇ ਸੀ ਔਰ ਜਿਹੜਾ ਇੱਥੇ ਸਟੇਸ਼ਨ ਤੇ ਧਰਨਾ ਲੱਗਿਆ ਉਹਨੂੰ ਐਡਰੈਸ ਵੀ ਕਰਦੇ ਸੀ। ਉਸ ਦਿਨ ਵੀ ਧਰਨੇ ਦੇ ਵਿੱਚੋਂ ਆਪਣੀ ਜ਼ਿੰਮੇਵਾਰੀ ਨਿਭਾ ਕੇ ਅਗਲੇ ਦਿਨ ਦੀ ਤਿਆਰੀ ਵਾਸਤੇ 1-2 ਪਿੰਡਾਂ ਦੇ ਵਿੱਚ ਕਿਸਾਨਾਂ ਦੀਆਂ ਮੀਟਿੰਗਾਂ ਕਰਨ ਤੋਂ ਬਾਅਦ ਆਪਣੇ ਪਿੰਡ ਨੂੰ ਜਾ ਰਹੇ ਸੀ। ਜਿਹੜਾ ਇਹ ਅਮਨ ਸਕਾਊਟ ਹੈ, ਜਿਹੜਾ ਮੇਨ ਰਿੰਗ ਲੀਡਰ ਹੈ, ਜਿਹੜਾ ਪੰਜਾਬ ਦੇ ਟੌਪ ਦੇ ਜਿਹੜੇ ਨੋਟੋਰੀਅਸ ਵਿਅਕਤੀ ਹੈ, ਫਰਾਡੀ ਤੇ ਕ੍ਰਿਮੀਨਲ ਜਿਹੜੇ ਮੈਂਡੇਟ, ਉਹਨੇ ਆਪਦੇ ਬੰਦਿਆਂ ਨਾਲ ਹੀ ਰੈਕੀ ਕਰਵਾਈ ਔਰ ਰਸਤੇ ਦੇ ਵਿੱਚ ਬੜਾ ਜਾਨਲੇਵਾ ਹਮਲਾ ਕੀਤਾ। ਇਰਾਦਾ ਉਹਦਾ ਜਾਨੋਂ ਮਾਰਨ ਦਾ ਸੀ, ਚਲੋ ਕਿਸੇ ਤਰ੍ਹਾਂ ਇਸ 'ਚ ਉਹ ਕਾਮਯਾਬ ਨਹੀਂ ਹੋ ਸਕਿਆ। ਅਸੀਂ ਅੱਜ ਐਸਐਸਪੀ ਸਾਹਿਬ ਨੂੰ ਮਿਲੇ, ਸਾਰੇ ਜਿੰਨੇ ਸੀਨੀਅਰ ਮੋਸਟ ਡਿਫਰੈਂਟ ਕਿਸਾਨ ਆਰਗੇਨਾਈਜੇਸ਼ਨ ਦੇ ਸਾਥੀ ਹੈ। ਜਿੱਦਾਂ ਸਾਡੇ ਸੂਬਾ ਸਕੱਤਰ ਜੀ ਨੇ ਕਿਹਾ, ਸਵਾਲ ਹੰਸਰਾਜ ਦਾ ਨਹੀਂ, ਇਹ ਸਾਡੇ ਸਮੁੱਚੇ ਜਿਹੜੇ ਲੋਕ ਹੈ, ਜਿਹੜੇ ਅਮਨ ਪਸੰਦ ਨੇ, ਜਿਹੜੇ ਚਾਹੁੰਦੇ ਆ ਕਿ ਸਾਡੀ ਜਾਨ ਮਾਲ ਦੀ ਰਾਖੀ ਹੋਵੇ, ਇਹ ਉਹਨਾਂ ਸਾਰਿਆਂ ਦਾ ਸਵਾਲ ਬਣ ਗਿਆ। ਜੇ ਇੱਕ ਸੀਨੀਅਰ ਮੋਸਟ ਇੱਕ ਪੋਲੀਟੀਕਲ ਦਾ ਸਾਥੀ ਉਹੀ ਸੇਵ ਨਹੀਂ, ਤੇ ਫਿਰ ਆਮ ਜਿਹੜਾ ਸਧਾਰਨ ਸ਼ਹਿਰੀ ਹੈ ਵਿਚਾਰਾ ਉਹ ਕਿੱਦਾਂ ਸੇਵ ਰਹੇਗਾ? ਉਹਦੇ ਜ਼ਿਆਦਾ ਅੰਡਰ ਥ੍ਰੈਟ, ਉਹਦੀ ਤਾਂ ਪਹੁੰਚ ਹੀ ਕੋਈ ਨਹੀਂ। ਇਸ ਕਰਕੇ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਇਹ ਠੀਕ ਸਮਝਿਆ ਕਿ ਪਹਿਲਾਂ ਐਸਐਸਪੀ ਸਾਹਿਬ ਨੂੰ ਮਿਲਿਆ ਜਾਏ, ਉਹਨੂੰ ਅਸੀਂ ਆਪਣੀ ਚਿੰਤਾ ਤੇ ਜਿਹੜੀ ਰਿਜੈਂਟਮੈਂਟ ਹੈ ਕਿ ਹੁਣ ਤੋਂ ਕੋਈ ਪੋਜ਼ਿਟਿਵ ਕੋਈ ਉਸ ਤਰ੍ਹਾਂ ਦੀ ਡਿਵੈਲਪਮੈਂਟ ਨਹੀਂ ਹੋਈ, ਉਹਨਾਂ ਦੇ ਨੋਟਿਸ ਦੇ ਵਿੱਚ ਲਿਆਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਵੱਲੋਂ ਜੀ ਸੀਰੀਅਸ ਐਫਰਟ ਜਿਹੜੀ ਆ ਉਹ ਕਰ ਰਹੇ ਹਾਂ। ਇਹ ਵੀ ਅਸੀਂ ਕਹਿਤਾ ਕਿ ਜੀ ਫਿਰ ਅਸੀਂ ਮਜਬੂਰ ਹੋਵਾਂਗੇ, ਉਹਨੂੰ ਕੁਝ ਦਿਨ ਅਸੀਂ ਵੇਟ ਕਰ ਲਾਂਗੇ ਆ, ਫਿਰ ਅਸੀਂ ਸਾਰੀਆਂ ਜਿਹੜੀਆਂ ਲਾਈਕ ਮਾਈਂਡਡ ਤੁਹਾਡੇ ਜ਼ਿਲ੍ਹੇ ਦੀਆਂ ਫੋਰਸਸ ਨੇ ਉਹਨਾਂ ਨਾਲ ਕੋਆਰਡੀਨੇਟ ਕਰਕੇ ਕਿਸ ਕਿਸਮ ਦੀ ਐਜੀਟੇਸ਼ਨ ਹੋ ਸਕਦੀ ਹੈ। ਸੋ ਇਹ ਅਸੀਂ ਇਸ ਨੂੰ ਇੱਥੇ ਹੁਣ ਸਧਾਰਨ ਘਟਨਾ ਦੇ ਤੌਰ ਤੇ ਇਹਨੂੰ ਛੱਡਾਂਗੇ। ਇਹ ਹੁਣ ਕਿਸੇ ਤਣਪਤਨ ਇਹ ਐਜੀਟੇਸ਼ਨ ਅਸੀਂ ਲਾ ਕੇ ਹਟਾਂਗੇ ਤੇ ਅਸੀਂ ਉਹਨਾਂ ਚਿਰ ਟੇਕੇ ਨਹੀਂ ਬੈਠਾਂਗੇ ਜਿੰਨਾ ਚਿਰ ਸਕਾਊਡਾ ਖਰੋੜਾ ਜੋ ਵੀ ਹੈ, ਜਿਹੜਾ ਐਡਾ ਵੱਡਾ ਫਰਾਡ ਹੈ, ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾ ਗਿਆ ਅਫਸਰਾਂ ਦੇ ਨਾਂ ਤੇ। ਅਸੀਂ ਇਹ ਵੀ ਮੰਗ ਕਰਾਂਗੇ ਕਿ ਪੁਲਿਸ ਦੇ ਵਿੱਚੋਂ ਕਿਹੜੇ ਟਾਪ ਆਫੀਸਰ ਹੈ ਜਿਹੜੀ ਇਹਦੀ ਬੈਕ ਤੇ ਹੈ। ਇੱਕ ਏਡੀਜੀਪੀ ਲਗਾਤਾਰ ਫੋਨ ਕਰਦਾ, ਹਰ ਇਹਦੀ ਐਪਲੀਕੇਸ਼ਨ ਜਾਇਜ਼ ਨਹੀਂ ਜਾ, ਉਹ ਬੰਦੇ ਦੀ ਜ਼ਰੂਰਤ ਕਿੰਨੀ ਹੈ? ਫਰਜ਼ੀ ਇੱਥੋਂ ਦੇ ਪੰਚਾਂ ਸਰਪੰਚਾਂ ਦੀ ਦਸਤਖਤ ਕਰ ਲੈਂਦਾ, ਜਿਹਦੇ ਮਰਜ਼ੀ ਉੱਪਰ ਸ਼ਿਕਾਇਤ ਕਰ ਦਿੰਦਾ। ਇੱਕ ਏਡੀਜੀਪੀ ਹੈ, ਉਹਦੀ ਫਰਜ਼ੀ ਦਸਤਖਤਾਂ ਵਾਲੀ ਸ਼ਿਕਾਇਤ ਦੇ ਉੱਪਰ ਹੀ ਲਿਖ ਕੇ ਥੱਲੇ ਜ਼ਿਲ੍ਹੇ 'ਚ ਕਾਰਵਾਈ ਕਰਨ ਵਾਸਤੇ ਕਹਿ ਦਿੰਦਾ। ਇਹ ਤਾਂ ਫਿਰ ਚੋਰ ਤੇ ਕੁੱਤੀ ਰਲ ਗਈ, ਤੇ ਫਿਰ ਇਹ ਹੱਲ ਕਿੱਦਾਂ ਹੋਏਗਾ? ਮਾਫ ਕਰਨਾ ਸ਼ਬਦਾਂ ਲਈ। ਸੋ ਇਹ ਸਾਰੀ ਚੀਜ਼ ਹੁਣ ਸਾਥੋਂ ਬਰਦਾਸ਼ਤ ਨਹੀਂ ਹੋਏਗੀ। ਅਸੀਂ ਅੱਜ ਫੈਸਲਾ ਕਰ ਲਿਆ, ਤੁਹਾਨੂੰ ਬਰੀਫ ਕਰਦਾ, ਆਸ ਕਰਦੇ ਕਿ ਤੁਸੀਂ ਸਾਡੀ ਗੱਲ ਸਾਰੇ ਪੰਜਾਬ ਦੇ ਲੋਕਾਂ ਦੇ ਵਿੱਚ ਪਹੁੰਚਾਓਗੇ। ਜੇ ਨਾ ਕੁਝ ਦਿਨਾਂ ਦੇ ਵਿੱਚ ਸਾਨੂੰ ਜਸਟਿਸ ਮਿਲਿਆ ਤੇ ਅਸੀਂ ਫਿਰ ਇਹ ਜ਼ਿਲ੍ਹੇ 'ਚ ਇੱਕ ਨਵਾਂ ਮੋਰਚਾ ਖੋਲ੍ਹਣ ਲਈ ਮਜਬੂਰ ਹੋਵਾਂਗੇ। ਜੇ ਸਰਕਾਰ ਓਨੈਸਟ ਹੋਵੇ, ਸਰਕਾਰ ਦੇ ਕੋਈ ਇਹੋ ਜਿਹੇ ਐਲੀਮੈਂਟ ਦੇ ਪ੍ਰਤੀ ਸੌਫਟ ਕਰਨਾ, ਸਰਕਾਰ ਦਾ ਮਤਲਬ ਹੁੰਦਾ ਕੁਝ ਪੁਰਜੇ, ਸਰਕਾਰ ਤਾਂ ਸਾਰੀ ਆ ਜਾਂਦੇ ਨੇ। ਸਰਕਾਰ ਦੀ ਮਸ਼ੀਨਰੀ ਦੇ ਵਿੱਚ ਵੀ ਕੁਝ ਪੁਰਜੇ ਉਹ ਨੇ ਜਿਹੜੇ ਆਪਣਾ ਕੰਮ ਕਰਨਾ ਛੱਡ ਦਿੰਦੇ ਆ। ਮਾੜੇ ਬੰਦਿਆਂ ਨਾਲ ਜਿਨ੍ਹਾਂ ਦੇ ਸਬੰਧ ਬਣ ਜਾਂਦੇ ਉਹਨਾਂ ਦੇ ਵੀ ਬੈਸਟ ਇੰਟਰਸਟ ਹੁੰਦੇ ਆ, ਉਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਹੀ ਇਹ ਜਿਹੜਾ ਇਸ ਤਰ੍ਹਾਂ ਦਾ ਐਲੀਮੈਂਟ ਹੈ ਇਹ ਪਨਪਦਾ, ਆਪਣੀਆਂ ਚਮਨੀਆਂ ਚਲਾਉਂਦਾ, ਲੋਕਾਂ ਨੂੰ ਥ੍ਰੈਟ ਕਰਦਾ, ਉਹਨਾਂ ਦੀ ਜਾਨ ਮਾਲ ਦੀ ਨੁਕਸਾਨ ਦਾ ਕਾਰਨ ਬਣਦਾ ਔਰ ਪੈਸੇ ਇਕੱਠੇ ਕਰਨ ਦਾ ਕੰਮ ਕਰਦਾ। ਜੇ ਸਾਰੀ ਐਡਮਿਨਿਸਟ੍ਰੇਸ਼ਨ ਸਿਵਲ ਦੀ, ਪੁਲਿਸ ਦੀ ਤੇ ਪੋਲੀਟੀਸ਼ੀਅਨ ਓਨੈਸਟਲੀ ਸਟੇਟ ਨੂੰ ਕ੍ਰਾਈਮ ਫਰੀ ਕਰਨਾ, ਸਵਾਲ ਹੀ ਨਹੀਂ ਪੈਦਾ ਹੋ ਸਕਦਾ ਸਟੇਟ ਕ੍ਰਾਈਮ ਫਰੀ ਨਾ ਹੋਵੇ। ਅਸੀਂ ਸੁਰੱਖਿਆ ਦੀ ਮੰਗ ਇੱਦਾਂ ਡਾਇਰੈਕਟ ਤੌਰ ਤੇ ਨਹੀਂ ਕੀਤੀ। ਅਸੀਂ ਇੱਕ ਗੱਲ ਕਹਿਤੀ ਹੈ, ਕਾਮਰੇਡ ਹੰਸਰਾਜ ਗੋਲਡਨ, ਉਹਨਾਂ ਦੇ ਫੈਮਿਲੀ ਮੈਂਬਰਸ ਜਾਂ ਸਾਡੀ ਪਾਰਟੀ ਜਾਂ ਸਾਡੇ ਜਿੰਨੇ ਲੋਕ ਇਸ ਵੇਲੇ ਐਜੀਟੇਸ਼ਨ ਦੇ ਵਿੱਚ ਹੈ,
ਕਿਸੇ ਦਾ ਵੀ ਕੋਈ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰੀ ਅਮਨ ਸਕੌਡੇ ਤੇ, ਕਿਉਂਕਿ ਸਾਜ਼ਿਸ਼ ਉਹਦੀ ਹੋਊਗੀ ਔਰ ਡਿਸਟ੍ਰਿਕਟ ਪ੍ਰਸ਼ਾਸਨ ਪੁਲਿਸ ਔਰ ਜਿਹੜਾ ਸਿਵਲ ਪ੍ਰਸ਼ਾਸਨ ਹੈ ਇਹਨਾਂ ਦੀ ਹੋਏਗੀ। ਕੁਛ ਤਾਂ ਹੋਵਾਂਗੇ ਜੀ, ਉਹਨੇ ਤਾਂ ਕਿਹਾ ਅਸੀਂ ਸੀਰੀਅਸ ਹਾਂ, ਕੋਈ ਕਸਰ ਨਹੀਂ ਆਪਣੇ ਵੱਲੋਂ ਬਾਕੀ ਰੱਖ ਰਹੇ। ਹੁਣ ਕਹਿਣਾ ਤੇ ਅਮਲ 'ਚ ਕਰਨਾ 'ਚ ਤਾਂ ਫਰਕ ਹੋਏਗਾ ਨਾ। ਉਹਨੇ ਕਿਹਾ ਜੀ ਅਸੀਂ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਰੱਖ ਰਹੇ। ਹੁਣ ਦੇਖਦੇ ਹਾਂ ਜਿਹੜੀ ਕਸਰ ਬਾਕੀ ਨਹੀਂ ਰੱਖ ਰਹੇ ਉਹ ਕਿੰਨੇ ਕੁ ਦਿਨਾਂ ਤੱਕ ਜਾਣਗੇ। ਦੋ ਜਿਹੜੇ FIR ਦੇ ਵਿੱਚ ਜਿਹੜੇ ਬੰਦੇ ਮੈਂਸ਼ਨ ਨੇ ਉਹਨਾਂ 'ਚੋਂ ਅਜੇ 2 ਹੀ ਅਰੈਸਟ ਕੀਤੇ, ਬਾਕੀ ਨਹੀਂ 18 ਦੇ ਵਿੱਚੋਂ। ਸੋ ਇਹ ਵੀ ਚਿੰਤਾ ਵਾਲਾ ਮਾਮਲਾ ਹੈ ਕਿ ਉਹ ਬੰਦੇ ਅਜੇ ਤੱਕ ਕਿਉਂ ਨਹੀਂ ਫੜੇ ਗਏ।